ਅੱਜ ਨੂੰ ਸਟੂਡੈਂਟ ਨੂੰ ਵੀਜ਼ਾ ਕੰਸਲਟੈਂਟ ਦੀ ਜ਼ਰੂਰਤ ਨਹੀਂ ਹੈ। ਅੱਜ ਨੂੰ ਤੁਹਾਨੂੰ ਕੈਰੀਅਰ ਕੰਸਲਟੈਂਟ ਦੀ ਜ਼ਰੂਰਤ ਹੈ। ਜਦੋਂ ਤੁਸੀਂ ਆਪਣਾ ਵੀ ਵੀਜ਼ਾ ਤੋਂ ਬਾਅਦ ਵਾਲੇ ਜਿਹੜੇ ਚੈਲੰਜਸ ਨੇ ਆਪਾਂ ਉਹਦੀ ਵੀ ਗੱਲ ਕਰਨੀ ਹੈ। ਇਸੇ ਕਰਕੇ ਤੁਹਾਡੇ ਕੰਸਲਟੈਂਟ ਦਾ ਰੋਲ ਜਿਹੜਾ ਅੱਜ ਆਪਾਂ ਉਹਦੇ ਤੇ ਗੱਲ ਕਰਾਂਗੇ ਵੀ ਤੁਹਾਡੇ ਜਰਨੀ ਦੇ ਵਿੱਚ ਕੰਸਲਟੈਂਟ ਦਾ ਕੀ ਰੋਲ ਹੈ। ਕੀ ਉਹਦੀ ਜ਼ਿੰਮੇਵਾਰੀ ਵੀਜ਼ਾ ਤੇ ਆ ਕੇ ਖਤਮ ਹੋ ਰਹੀ ਹੈ। ਇਹ ਪ੍ਰੋਗਰਾਮ ਜਿਹੜਾ ਹੈਗਾ ਸਕਿੱਲ ਟੂ ਸਕਸੀਡ ਟਾਈਪ ਦੇ ਬਾਕੀ ਵੀ ਪ੍ਰੋਗਰਾਮ ਨੇ ਜਿਹੜੇ ਕੈਨੇਡੀਅਨ ਜਿਹੜੇ ਡੋਮੈਸਟਿਕ ਜਿਹੜੇ ਰੈਜ਼ੀਡੈਂਟ ਨੇ ਜਾਂ ਸਿਟੀਜ਼ਨ ਨੇ ਉਹਨਾਂ ਦੇ ਉਹ ਬੱਚਿਆਂ ਨੂੰ ਉੱਥੇ ਸਰਕਾਰ ਕਰਵਾਉਂਦੀ ਹੈ ਵਾਲੇ ਸਾਰੇ ਪ੍ਰੋਗਰਾਮ। ਪਰ ਆਪਾਂ ਕਹਿੰਦੇ ਵੀ ਸਾਡੇ ਬੱਚੇ ਜਦੋਂ ਆਪਣੇ ਇੰਡੀਅਨ ਸਟੂਡੈਂਟਸ ਉੱਥੇ ਜਾ ਰਹੇ ਨੇ, ਪੰਜਾਬੀ ਸਟੂਡੈਂਟ ਉੱਥੇ ਜਾ ਰਹੇ ਨੇ, ਉਹਨਾਂ ਨੂੰ ਵੀ ਇਹਨਾਂ ਸਰਵਿਸਿਜ਼ ਦੀ ਉਨੀ ਜ਼ਿਆਦਾ ਜ਼ਰੂਰਤ ਹੈ ਪਰ ਉਹਨਾਂ ਨੂੰ ਉੱਥੇ ਕੋਈ ਪੁੱਛਣ ਵਾਲਾ ਨਹੀਂ। ਸਮਾਰਟ ਫਾਈਲਿੰਗ ਇਜ਼ ਸਾਈਕੋਮੈਟ੍ਰਿਕ ਟੈਸਟਿੰਗ ਤੁਹਾਡੀ ਨਾਲ ਲੱਗੇਗੀ, ਤੁਹਾਡੀ SOP 'ਚ ਉਹਦੀ ਚੀਜ਼ ਦੀ ਰੈਫਰੈਂਸ ਹੋਏਗੀ। ਫਿਰ ਸਾਡਾ ਸਟੱਡੀ ਰੈਡੀ ਪ੍ਰੋਗਰਾਮ ਹੈ ਜਿਹੜਾ ਉਹਦਾ ਐਨਰੋਲਮੈਂਟ ਦਾ ਸਰਟੀਫਿਕੇਟ ਨਾਲ ਲੱਗੇਗਾ। ਇੱਕ ਤੁਸੀਂ ਆਪਣੇ ਆਪ ਨੂੰ ਇੱਕ ਚੈਲੰਜ ਕਰੋ ਕਿ ਹਾਂ ਵੀ ਮੈਂ 6 ਬੈਂਡ ਲੈਣੇ ਨੇ। We are here to support you through our skills to succeed program or the study ready program है, job ready program है, the life ready program है जेड़ा साडा। We are not giving you just lip service, we are giving you tangible skills जेड़े तुहाडे नाल सारी उम्र रहणगे। साडी वेबसाइट ते जाके beyondvisa.com ਤੇ ਜਾ ਕੇ ਉਹਦੇ ਬਾਰੇ ਜਾਣਨ ਕਿ ਸਕਿੱਲ ਟੂ ਸਕਸੀਡ ਪ੍ਰੋਗਰਾਮ ਕੀ ਹੈ। ਫਿਰ ਆਪਣੇ ਜਿਹੜੇ ਉੱਥੇ ਕੈਨੇਡਾ ਉਹਨਾਂ ਦੇ ਦੋਸਤ ਜਾਂ ਰਿਸ਼ਤੇਦਾਰ ਨੇ ਉਹਨਾਂ ਨੂੰ ਪੁੱਛੋ ਕਿ ਇੱਕ ਕੰਸਲਟੈਂਟ ਪੰਜਾਬ ਦੇ ਵਿੱਚ ਸਾਨੂੰ ਇਹ ਸਰਵਿਸ ਪ੍ਰੋਵਾਈਡ ਕਰ ਰਿਹਾ ਉਹਦਾ ਕੀ ਫਾਇਦਾ ਕੀ ਹੋਏਗਾ। ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਦਾ ਸਵਾਗਤ ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਲੈ ਕੇ ਮੈਂ ਕਪਤਾ ਸਿੰਘ ਹਾਜ਼ਰ ਤੇ ਨਾਲ ਹੀ ਸਾਡੇ ਅੱਜ ਦੇ ਸਟੱਡੀ ਵੀਜ਼ਾ ਐਕਸਪਰਟ ਜੋ ਸਾਡੇ ਸਵਾਲਾਂ ਦੇ ਜਵਾਬ ਦੇ ਸਾਡੀ ਮਦਦ ਕਰ ਰਹੇ ਨੇ ਜੀ ਬਿਯੋਂਡ ਵੀਜ਼ਾ ਤੋਂ। ਸਪੈਸ਼ਲੀ ਸਾਡੇ ਅੱਜ ਦੇ ਜਿਹੜੇ ਐਕਸਪਰਟ ਹੈਗੇ ਨੇ ਮਿਸਟਰ ਮਨੋਜ ਸਰ ਜੀ। ਸਤਿ ਸ਼੍ਰੀ ਅਕਾਲ, ਵੈਲਕਮ ਟੂ ਦਿਸ ਸ਼ੋ। ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਸੋ ਬਿਯੋਂਡ ਵੀਜ਼ਾ ਕਾਫੀ ਟਾਈਮ ਤੋਂ ਸੀ ਸਾਡੇ ਵਿਦਿਆਰਥੀਆਂ ਨੂੰ ਮਦਦ ਕਰਦੇ ਆ ਰਹੇ ਨੇ ਸਟੱਡੀ ਵੀਜ਼ਾ ਦੇ ਵਿੱਚ। ਤੇ ਫਿਲਹਾਲ ਚਾਹੇ ਕੈਨੇਡਾ ਹੈਗੀ ਆ, ਅਸੀਂ ਗੱਲ ਕਰਾਂਗੇ ਸਪੈਸ਼ਲੀ ਅੱਜ ਕੈਨੇਡਾ ਸਟੱਡੀ ਵੀਜ਼ਾ ਦੀ। ਸੋ ਤੁਸੀਂ ਆਪਣੇ ਕੁਐਰੀਜ਼, ਆਪਣੇ ਸਵਾਲ, ਆਪਣੀਆਂ ਪ੍ਰੋਫਾਈਲਸ ਡਿਸਕਸ ਕਰਦੇ ਰਹਿਆ ਕਰੋ ਜੀ ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਦੇ ਵਿੱਚ ਤੇ ਜਵਾਬ ਦੇਣਗੇ ਸਾਡੇ ਅੱਜ ਦੇ ਸਟੱਡੀ ਵੀਜ਼ਾ ਐਕਸਪਰਟ। ਇੱਕ ਸਭ ਤੋਂ ਪਹਿਲਾਂ ਅੱਛਾ, ਕਿਉਂਕਿ ਅਸੀਂ ਲਾਸਟ ਟਾਈਮ ਵੀ ਸ਼ੋਅ ਕੀਤਾ ਸੀ ਰਾਈਟ, ਬੜੀਆਂ ਗੱਲਾਂ ਅਸੀਂ ਤੁਹਾਡੇ ਤੋਂ ਸਿੱਖਣ ਨੂੰ ਮਿਲੀਆਂ, ਜਾਣਨ ਨੂੰ ਮਿਲੀਆਂ ਰਾਈਟ। ਕਿਸ ਤਰ੍ਹਾਂ ਇੱਕ ਸਟੂਡੈਂਟ ਦਾ ਸਿਰਫ ਨਾਟ ਕਿ ਹਾਂਜੀ ਸਿਰਫ ਵੀਜ਼ਾ ਲੈਣ ਤੱਕ ਦਾ ਮਕਸਦ ਹੋਣਾ ਚਾਹੀਦਾ ਜਾਂ ਕੰਸਲਟੈਂਟ ਦਾ ਰੋਲ ਵੀ ਤੁਸੀਂ ਦੱਸਿਆ ਰਾਈਟ, ਵੀ ਉਹਨੂੰ ਅੱਗੇ ਤੱਕ ਜਾਣਾ ਚਾਹੀਦਾ ਹੈ ਸਟੂਡੈਂਟ ਦੇ ਨਾਲ। ਫਿਲਹਾਲ ਹੁਣ ਲਾਈਕ ਪਤਾ ਕਿੱਦਾਂ ਲੱਗੇ ਵੀ ਕੌਣ ਸਹੀ ਹੈ ਜਾਂ ਕੌਣ ਗਲਤ ਹੈ? ਹਾਊ ਟੂ ਡਿਸਾਈਡ ਕਿ ਹਾਂ ਇਹ ਮੇਰੇ ਵਾਸਤੇ ਕੰਸਲਟੈਂਟ ਰਾਈਟ ਰਹੇਗਾ? ਦੇਖੋ, ਸਹੀ ਜਾਂ ਗਲਤ ਦੀ ਚਲੋ ਗੱਲ ਨਹੀਂ ਹੈਗੀ, ਪਰ ਜਿੱਦਾਂ ਆਪਾਂ ਤੁਸੀਂ ਵੀ ਪਿਛਲੇ ਕਾਫੀ ਦੇਰ ਤੋਂ ਇਸ ਇੰਡਸਟਰੀ ਨਾਲ ਜੁੜੇ ਹੋ, ਇਹ ਇੰਡਸਟਰੀ ਇਵੋਲਵ ਨਹੀਂ ਹੋਈ। ਦੇਖੋ ਕੋਈ ਵੀ ਇੰਡਸਟਰੀ ਹੈ ਉਹ ਨਵੇਂ ਪ੍ਰੋਡਕਟਸ ਆਉਂਦੇ ਰਹਿਣ, ਨਵੀਆਂ ਕੋਈ ਸਰਵਿਸਿਜ਼ ਆਉਂਦੀਆਂ, ਪਰ ਸਾਡੀ ਜਿਹੜੀ ਇੰਡਸਟਰੀ ਹੈ ਜਿਹੜੀ ਹੈ ਐਜੂਕੇਸ਼ਨ ਕੰਸਲਟੇਸ਼ਨ ਦੀ, ਇਹ ਸਿਰਫ ਇੱਕ ਥਾਂ ਤੇ ਖੜੀ ਹੈ। ਸਿਰਫ ਜੀ ਵੀਜ਼ਾ ਦੀ ਗੱਲ ਹੋ ਰਹੀ ਹੈ, ਉਸ ਤੋਂ ਅੱਗੇ ਕੁਛ ਨਹੀਂ ਹੋ ਰਿਹਾ। ਭਾਵੇਂ ਅੱਗੋਂ ਕੰਸਲਟੈਂਟਸ ਦਾ ਰੋਲ ਕੁਛ ਉਸ ਤੋਂ ਅੱਗੇ ਨਹੀਂ ਵੱਧ ਪਾ ਰਿਹਾ। ਇਸੇ ਕਰਕੇ ਤੁਹਾਡੇ ਕੰਸਲਟੈਂਟ ਦਾ ਰੋਲ ਜਿਹੜਾ ਅੱਜ ਆਪਾਂ ਉਹਦੇ ਤੇ ਗੱਲ ਕਰਾਂਗੇ ਵੀ ਤੁਹਾਡੇ ਜਰਨੀ ਦੇ ਵਿੱਚ ਕੰਸਲਟੈਂਟ ਦਾ ਕੀ ਰੋਲ ਹੈ। ਕੀ ਉਹਦੀ ਜ਼ਿੰਮੇਵਾਰੀ ਵੀਜ਼ਾ ਤੇ ਆ ਕੇ ਖਤਮ ਹੋ ਰਹੀ ਹੈ ਜਾਂ ਵੀਜ਼ਾ ਤੋਂ ਆ ਕੇ ਸ਼ੁਰੂ ਹੋ ਰਹੀ ਹੈ। ਇਸੇ ਕਰਕੇ ਜਿਹੜੀ ਸਾਡੀ ਕੰਪਨੀ ਦਾ ਨਾਮ ਹੈ ਬਿਯੋਂਡ ਵੀਜ਼ਾ। ਵੀਜ਼ਾ ਤਾਂ ਆਪਾਂ ਕਰਵਾਉਣਾ ਹੀ ਜਿੱਦਾਂ ਬਾਕੀ ਸਾਰੇ ਕੰਸਲਟੈਂਟ ਭਰਾ ਸਾਡੇ ਕਰਦੇ ਨੇ। ਯੈਸ, ਵੀ ਵਿਲ ਹੈਲਪ ਸਟੂਡੈਂਟਸ ਵਿਦ ਸਿਲੈਕਸ਼ਨ ਆਫ ਦਾ ਕੋਰਸ, ਆਫਰ ਲੈਟਰ, ਵੀਜ਼ਾ ਐਂਡ ਆਲ ਦੈਟ। ਪਰ ਉਸ ਤੋਂ ਇਲਾਵਾ ਸਟੂਡੈਂਟ ਦੀ ਕੀ ਐਕਸਪੈਕਟੇਸ਼ਨ ਰਹਿਣਗੀਆਂ ਆਪਣੇ ਕੰਸਲਟੈਂਟ ਤੋਂ, ਆਪਾਂ ਇਸੇ ਕਰਕੇ ਇੱਕ ਪ੍ਰੋਗਰਾਮ ਲਿਆਂਦਾ ਸਕਿੱਲਸ ਟੂ ਸਕਸੀਡ। ਉਹ ਸਕਿੱਲਸ ਜਿਹੜੇ ਬੱਚੇ ਨੂੰ ਸਕਸੈਸਫੁਲ ਹੋਣ 'ਚ ਮਦਦ ਕਰਦੇ ਨੇ ਕੈਨੇਡਾ ਜਾ ਕੇ। ਮੈਂ ਸਕਿੱਲ ਟੂ ਸਕਸੀਡ ਪ੍ਰੋਗਰਾਮ ਨੂੰ ਤੁਹਾਨੂੰ ਦੱਸਦਾ ਸਾਨੂੰ ਇੰਸਪੀਰੇਸ਼ਨ ਕਿੱਥੋਂ ਮਿਲੀ ਹੈ। ਇਹ ਪ੍ਰੋਗਰਾਮ ਜਿਹੜਾ ਹੈਗਾ ਸਕਿੱਲ ਟੂ ਸਕਸੀਡ ਟਾਈਪ ਦੇ ਬਾਕੀ ਵੀ ਪ੍ਰੋਗਰਾਮ ਨੇ ਜਿਹੜੇ ਕੈਨੇਡੀਅਨ ਜਿਹੜੇ ਡੋਮੈਸਟਿਕ ਜਿਹੜੇ ਰੈਜ਼ੀਡੈਂਟ ਨੇ ਜਾਂ ਸਿਟੀਜ਼ਨ ਨੇ ਉਹਨਾਂ ਦੇ ਉਹ ਬੱਚਿਆਂ ਨੂੰ ਉੱਥੇ ਸਰਕਾਰ ਕਰਵਾਉਂਦੀ ਹੈ ਵਾਲੇ ਸਾਰੇ ਪ੍ਰੋਗਰਾਮ। ਪਰ ਆਪਾਂ ਕਹਿੰਦੇ ਵੀ ਸਾਡੇ ਬੱਚੇ ਜਦੋਂ ਆਪਣੇ ਇੰਡੀਅਨ ਸਟੂਡੈਂਟਸ ਉੱਥੇ ਜਾ ਰਹੇ ਨੇ, ਪੰਜਾਬੀ ਸਟੂਡੈਂਟ ਉੱਥੇ ਜਾ ਰਹੇ ਨੇ, ਉਹਨਾਂ ਨੂੰ ਵੀ ਇਹਨਾਂ ਸਰਵਿਸਿਜ਼ ਦੀ ਉਨੀ ਜ਼ਿਆਦਾ ਜ਼ਰੂਰਤ ਹੈ ਪਰ ਉਹਨਾਂ ਨੂੰ ਉੱਥੇ ਕੋਈ ਪੁੱਛਣ ਵਾਲਾ ਨਹੀਂ। ਬਿਕਾਜ਼ ਇਟਸ ਅ ਫੇਅਰ ਕਿ ਹਾਂ ਵੀ ਗਵਰਨਮੈਂਟ ਕਹਿ ਰਹੀ ਹੈ ਉਹ ਤਾਂ ਸਾਡੇ ਡੋਮੈਸਟਿਕ ਜਿਹੜੇ ਸਿਟੀਜ਼ਨ ਨੇ ਆਪਾਂ ਉਹਨਾਂ ਨੂੰ ਸਪੋਰਟ ਪ੍ਰੋਵਾਈਡ ਕਰ ਰਹੇ ਹਾਂ। ਪਰ as a society, as a community,
ਆਪਾਂ ਇਸ ਚੀਜ਼ ਨੂੰ ਆਇਡੈਂਟੀਫਾਈ ਕੀਤਾ ਵੀ ਜਿਹੜੇ ਉੱਥੇ ਦੇ ਬੱਚੇ ਨੇ ਉਹਨਾਂ ਨੂੰ ਜੇ ਇੰਨੀ ਪ੍ਰੋਬਲਮ ਆ ਸਕਦੀ ਹੈ ਤੇ ਉੱਥੇ ਸਰਕਾਰ ਉਹਨਾਂ ਦੀ ਲਈ ਖੜੀ ਹੈ, ਤੇ ਆਪਾਂ ਐਜ਼ ਅ ਕਮਿਊਨਿਟੀ ਆਪਾਂ ਕਿਉਂ ਨਾ ਕੁਝ ਅਲੱਗ ਕਰੀਏ ਬੱਚਿਆਂ ਵਾਸਤੇ। ਪਰ ਸਕਿੱਲਸ ਟੂ ਸਕਸੀਡ ਪ੍ਰੋਗਰਾਮ ਆਪਾਂ ਬੱਚਿਆਂ ਵਾਸਤੇ ਲੈ ਕੇ ਆਏ ਹਾਂ, ਜਿਹੜਾ ਕਿ ਬੱਚਿਆਂ ਨੂੰ ਕੈਨੇਡਾ 'ਚ ਜਾ ਕੇ 3 ਜਿਹੜੇ ਚੈਲੰਜਸ ਆਉਂਦੇ ਨੇ, ਉੱਥੇ ਜਾ ਕੇ ਪਾਰਟ ਟਾਈਮ ਜੌਬ ਕਿੱਦਾਂ ਲੱਭਣੀ ਹੈ, ਉੱਥੇ ਜਾ ਕੇ ਸਟੱਡੀ 'ਚ ਕਿੱਦਾਂ ਸੈਟਲ ਹੋਣਾ ਹੈ, ਤੇ ਉੱਥੇ ਜਾ ਕੇ ਸੁਸਾਇਟੀ 'ਚ ਕਿੱਦਾਂ ਸੈਟਲ ਹੋਣਾ ਹੈ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਇਟਸ ਕਾਈਂਡ ਆਫ ਆਪਾਂ ਇੱਕ ਕਹਿ ਲਈਏ ਵੀ ਆਪਾਂ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਜਿਹਦੇ 'ਚ ਆਪਾਂ ਸਟੂਡੈਂਟ ਨੂੰ ਚਾਹੁੰਦੇ ਹਾਂ ਵੀ ਇੱਕ ਅੱਛੀ ਸਰਵਿਸਿਜ਼ ਮਿਲ ਪਾਉਣ ਤਾਂ ਕਿ ਉਹ ਕਿਸੇ ਨਾਲੋਂ ਪਿੱਛੇ ਨਾ ਰਹਿ ਜਾਵੇ ਬਸ। ਜੀ ਮਨੋਜ ਸਾਹਿਬ, ਵੈਸੇ ਲਾਈਕ ਪੀਆਰ ਅਸੀਂ ਦੇਖਦੇ ਹਾਂ ਹਾਂਜੀ ਇਸ ਪ੍ਰੋਵਿੰਸ ਦੇ ਵਿੱਚ ਜਲਦੀ ਹੋ ਜਾਏਗੀ, ਇਸ ਪ੍ਰੋਵਿੰਸ ਦੇ ਵਿੱਚ ਲੇਟ ਹੋ ਰਹੀ ਹੈ, ਜਾਂ ਕੋਰਸ ਕਰਕੇ ਕਿਤਨਾ ਕਿਤੇ ਡਿਲੇ ਹੋ ਜਾਂਦੀ ਹੈ ਪੀਆਰ। ਦੇਖੋ ਜੀ, ਮੈਂ ਤੁਹਾਨੂੰ ਦੱਸਦਾ ਵੀ ਪੀਆਰ ਦੀ ਜਿਹੜੀ ਗੱਲ ਹੈ ਉਹ ਜੌਬ ਤੇ ਜੁੜੀ ਹੈ, ਐਮਪਲੋਏਬਿਲਿਟੀ ਤੇ, ਤੁਹਾਡੀ ਐਮਪਲੋਇਮੈਂਟ ਤੇ। ਇਸੇ ਕਰਕੇ ਜਦੋਂ ਐਨਓਸੀ ਦੀ ਗੱਲ ਕਰਦੇ ਆ, ਨੈਸ਼ਨਲ ਆਕੂਪੇਸ਼ਨ ਕੋਡ ਦੇ, ਉਹਦੇ ਜਦੋਂ ਆਪਾਂ ਕਰਦੇ ਵੀ ਕੋਈ ਵੀ ਤੁਹਾਨੂੰ ਪ੍ਰੋਫੈਸ਼ਨ 'ਚ ਜੇ ਪੀਆਰ ਲੱਗਣੀ, ਤੁਹਾਨੂੰ ਇੱਕ ਲੈਵਲ ਤੋਂ ਤੁਹਾਡੀ ਪ੍ਰੋਗਰੈਸ਼ਨ ਹੋਣੀ ਚਾਹੀਦੀ। ਜਿੱਦਾਂ ਆਪਾਂ ਕਰੀਏ ਇਟਸ ਲਾਈਕ ਅ ਟ੍ਰੈਜੈਕਟਰੀ ਬਣਨੀ ਚਾਹੀਦੀ। ਤੁਸੀਂ ਐਜ਼ ਅ ਟੀਮ ਮੈਂਬਰ ਸ਼ੁਰੂ ਕਰਦੇ ਹੋ ਜੌਬ, ਫਿਰ ਉਸ ਤੋਂ ਬਾਅਦ ਸੁਪਰਵਾਈਜ਼ਰੀ ਲੈਵਲ ਦਾ ਜਾਂਦਾ, ਫਿਰ ਮੈਨੇਜਰੀਅਲ ਲੈਵਲ ਦੀ ਜਾਂਦੇ ਹੋ, ਤੇ ਫਿਰ ਉਹ ਉਸ ਹਿਸਾਬ ਨਾਲ ਪੀਆਰ ਹੁੰਦੀ ਹੈ ਤੁਹਾਡੀ। ਬੀ ਇਟ ਦਾ ਤੁਹਾਡੇ ਮਕੈਨੀਕਲ ਇੰਜੀਨੀਅਰਿੰਗ ਵਾਲੇ ਹੋਣ ਪ੍ਰੋਫੈਸ਼ਨਲਸ, ਜਾਂ ਸਿਵਲ ਇੰਜੀਨੀਅਰਿੰਗ ਵਾਲੇ ਹੋਣ, ਜਾਂ ਬਿਜ਼ਨਸ ਗ੍ਰੈਜੂਏਟਸ ਹੋਣ। ਪਰ ਜਿਹੜੇ ਆ ਆਪਣਾ ਹੁਣ ਜਿਹੜੇ ਆ ਰਜਿਸਟਰਡ ਆਕੂਪੇਸ਼ਨਸ ਨੇ, ਜਾਂ ਜਿਹੜੇ ਆ ਜਿੱਦਾਂ ਇਹਨਾਂ ਨੇ ਵੈਲਡਰ ਵਾਲਾ ਗੱਲ ਕੀਤੀ ਹੈ, ਇਹ ਇੱਕ ਡਿਫਰੈਂਟ ਕਲਾਸੀਫਿਕੇਸ਼ਨ ਚਾਹੁੰਦੇ ਨੇ। ਤੇ ਡਿਮਾਂਡ ਕਿਸ ਚੀਜ਼ ਦੀ ਰਹਿੰਦੀ ਹੈ ਪ੍ਰੋਪਰਲੀ? ਹਾਂਜੀ, ਡਿਮਾਂਡ ਕਿਸ ਚੀਜ਼ ਦੀ ਹੈ ਕੈਨੇਡਾ ਦੇ ਵਿੱਚ? देखो डिमांड तो हर एक चीज दी हैगी है। दे आर इनवाइटिंग पीपल फ्रॉम ऑल ओवर द ऑक्यूपेशंस, एंड खास करके डिमांड ਦੀ ਗੱਲ ਕਰੀਏ ਵੀ what you want to do। ਜਿੱਦਾਂ ਹੁਣ ਕਿਸੇ ਵੇਲੇ ਮੈਂ ਕਈ ਗੱਲ ਕਰਦੇ ਨੇ ਜੀ, ਉਹ ਕੰਸਲਟੈਂਟ ਦਾ 80% ਸਕਸੈਸ ਰੇਟ ਹੈ ਜੀ। ਮੈਂ ਕਿਹਾ ਵੀ ਤੁਸੀਂ ਇੱਕ ਸਟੈਟਿਸਟਿਕ ਬਣਨਾ ਚਾਹੁੰਦੇ ਹੋ ਵੀ ਜੇ ਤੁਸੀਂ 20% ਚ ਆ ਗਏ ਤੇ ਤੁਹਾਨੂੰ 80% ਦਾ ਕੀ ਪਾ ਹੈ। ਜਿਹਦਾ ਪੰਜਾਬੀ ਚ ਕਹਿੰਦੇ ਨਾ, ਹਮ ਨਾ ਵਿਆਹ ਤੋਂ ਕਾਹਦੇ ਸਾਏ। ਕਾਫੀ ਸਾਰੇ ਸਟੂਡੈਂਟ ਨੂੰ ਏਦਾਂ ਹੀ ਹੋ ਰਿਹਾ ਅਨਫੋਰਚੂਨੇਟਲੀ, ਖਾਸ ਕਰਕੇ ਜਿਹੜੇ ਬੱਚੇ ਕਿਊਬੈਕ ਕਰਕੇ ਬੜੇ ਤੰਗ ਹੋਏ ਨੇ ਸਾਰਿਆਂ ਦੇ। their dreams have come to a halt, their parents money has been held up in the accounts for years। ਜਿਨ੍ਹਾਂ ਨੇ ਵਿਆਜ ਹੀ ਲਗਾਓ ਉਹਨਾਂ ਨੂੰ 2-2 ਸਾਲ ਦਾ ਵਿਆਜ, GIC ਪਲੱਸ ਜਿਹੜੀ ਫੀਸ ਵਗੈਰਾ ਕੀਤੀ ਹੈ। ਤਾਂ our heart goes out to them, but unfortunately this is the situation ਕਿ ਇਹਦੇ ਬਾਰੇ ਕੋਈ ਕੁਝ ਨਹੀਂ ਕਰ ਪਾ ਰਿਹਾ ਜੀ। ਅੱਛਾ, ਇੱਕ ਸਮਾਰਟ ਫਾਈਲਿੰਗ ਦੇ ਬਾਰੇ ਤੁਸੀਂ ਦੱਸ ਰਹੇ ਸੀਗੇ, what is that? What is smart filing? ਹਾਂ, ਸਮਾਰਟ ਫਾਈਲਿੰਗ ਮੀਨਸ ਕਿ ਤੁਸੀਂ ਆਪਣੀ, ਦੇਖੋ ਮੈਂ ਇੱਕ ਚੀਜ਼ ਪਹਿਲਾਂ ਕਹਿਣਾ ਚਾਹੁੰਦਾ ਵੀ ਐਮਬੈਸੀ ਨੇ ਜਿਹੜਾ ਵੀਜ਼ਾ ਹੈ ਕੰਸਲਟੈਂਟ ਨੂੰ ਨਹੀਂ ਦੇਣਾ। ਕੰਸਲਟੈਂਟ ਨੇ ਤੁਹਾਡੀ ਫਾਈਲ ਤਾਂ ਜ਼ਰੂਰ ਲਾਣੀ ਹੈ, ਐਮਬੈਸੀ ਨੇ ਵੀਜ਼ਾ ਦੇਣਾ ਤੁਹਾਨੂੰ। ਹੁਣ ਕੰਸਲਟੈਂਟ ਦਾ ਰੋਲ ਹੈਗਾ ਕਿ ਤੁਹਾਡੀ ਪ੍ਰੋਫਾਈਲ ਨੂੰ ਵੀਜ਼ਾ ਆਫਿਸਰ ਦੇ ਅੱਗੇ ਬੈਸਟ ਪੋਸੀਬਲ ਮੈਨਰ ਦੇ ਵਿੱਚ ਪ੍ਰੈਜ਼ੈਂਟ ਕੀਤਾ ਜਾਵੇ। ਖਾਸ ਕਰਕੇ ਜਿਹੜੇ 5.5 ਬੈਂਡ ਵਾਲੇ ਬੱਚੇ ਜਿਨ੍ਹਾਂ ਨੂੰ 1 ਤੋਂ 5.5 ਬੈਂਡ ਨਾਲ ਅਪਲਾਈ ਕਰਨਾ ਚਾਹੁੰਦੇ ਨੇ, ਉਹਨਾਂ ਲਈ ਇਹ ਸਮਾਰਟ ਫਾਈਲਿੰਗ ਵਾਲਾ ਜਿਹੜਾ ਆਪਾਂ ਕਨਸੈਪਟ ਲਿਆਂਦਾ ਹੈ, ਦਿਸ ਇਜ਼ ਗੋਇੰਗ ਟੂ ਰੀਡਿਫਾਈਨ ਦੈਟ ਹੋਲ ਥਿੰਗ ਕਿ ਜੇ 5.5 ਦਾ ਤੁਸੀਂ ਅਪਲਾਈ ਕਰਨਾ ਨਹੀਂ ਹੈ ਤਾਂ ਦੈਨ ਯੂ ਗੈਟ ਦਿਸ ਸਮਾਰਟ ਫਾਈਲਿੰਗ। ਮੈਂ ਸਮਾਰਟ ਫਾਈਲਿੰਗ ਸਮਝਾਉਣਾ ਕੀ ਹੈ। ਜਦੋਂ ਤੁਸੀਂ ਸਾਡੇ ਨਾਲ ਜੁੜਦੇ ਹੋ, ਯੂ ਵਿਲ ਸੀ ਦ ਡਿਫਰੈਂਸ ਕਿ ਆਪਾਂ ਤੁਹਾਡੇ ਕੇਸ ਤੇ ਕਿਸ ਤਰ੍ਹਾਂ ਅਲੱਗ ਤਰੀਕੇ ਨਾਲ ਕੰਮ ਕਰਦੇ ਹਾਂ। ਆਪਾਂ ਇੱਕ ਤੁਹਾਡਾ ਸਾਈਕੋਮੈਟ੍ਰਿਕ ਟੈਸਟ ਲੈਂਦੇ ਹਾਂ। ਇੰਡੀਆ ਦੀ ਸਾਰਿਆਂ ਨਾਲੋਂ ਬੈਸਟ ਕੈਰੀਅਰ ਡਿਸਕਵਰੀ ਟੂਲ ਹੈ ਕਾਲਡ ਮਾਈਂਡਲਰ। ਉਹਦੀ ਇੱਕ ਰਿਪੋਰਟ ਕੱਢੀ ਜਾਂਦੀ ਹੈ ਜਿਹਦੇ ਚ ਆਪਾਂ ਉਹ 30 ਪੇਜ ਦੀ ਰਿਪੋਰਟ ਹੈ, ਉਹ ਵੀ ਤੁਹਾਡੀ ਐਮਬੈਸੀ ਦੀ ਫਾਈਲ ਦੇ ਨਾਲ ਲੱਗਦੀ ਹੈ। ਉਹਦੇ ਚ ਆਪਾਂ ਰੈਸ਼ਨਲ ਦਿਖਾਣੇ ਵੀ ਆ ਵੀ ਇਹ ਕੋਰਸ ਮੈਂ ਕਿਉਂ ਲਿਆ ਸੀਗਾ, ਇਹਦੇ ਮੈਨੂੰ ਕੀ ਫਾਇਦੇ ਹੋਣਗੇ। ਆਪਾਂ SOP ਚ ਸਾਰਾ ਉਹਦੇ ਨਾਲ ਸਾਈਕੋਮੈਟ੍ਰਿਕ ਟੈਸਟਿੰਗ ਦੀ ਰਿਪੋਰਟ ਵੀ ਨਾਲ ਲੱਗਦੀ ਹੈ। ਤਾਂ ਦਿਸ ਇਜ਼ ਹਾਊ ਵੀ ਡੂ ਇਟ। ਐਂਡ ਦੈਨ ਉਸ ਤੋਂ ਬਾਅਦ ਇੱਕ ਸਾਡਾ ਜਿਹੜਾ ਸਟੱਡੀ ਰੈਡੀ ਪ੍ਰੋਗਰਾਮ ਹੈ ਵਿਚ ਇਜ਼ ਪਾਰਟ ਆਫ ਆਰ ਸਕਿੱਲ ਟੂ ਸਕਸੀਡ ਪ੍ਰੋਗਰਾਮ। ਉਹਦੇ ਵੀ ਜਿਹੜੇ ਬੱਚੇ ਐਨਰੋਲਮੈਂਟ ਕਰਕੇ ਉਹਦਾ ਸਰਟੀਫਿਕੇਟ ਨਾਲ ਲਗਾਉਂਦੇ ਆ ਆਪਾਂ ਕਿ ਮੈਂ ਬਿਯੋਂਡ ਵੀਜ਼ਾ ਦੇ ਥਰੂ ਟਰਸ਼ਰੀ ਸਟੱਡੀ ਸਕਿੱਲਸ ਦਾ ਜਿਹੜਾ ਪ੍ਰੋਗਰਾਮ ਹੈ ਸਟੱਡੀ ਰੈਡੀ, ਉਹ ਵੀ ਮੈਂ ਕੀਤਾ। ਜਿਹੜਾ ਮੇਰੇ ਅੱਧੇ ਬੈਂਡ ਦੀ ਘਾਟ ਹੈ ਮੈਂ ਉਹਨੂੰ ਇਸ ਤਰ੍ਹਾਂ ਪੂਰਾ ਕਰ ਰਿਹਾ। ਸਮਾਰਟ ਫਾਈਲਿੰਗ ਇਜ਼ ਸਾਈਕੋਮੈਟ੍ਰਿਕ ਟੈਸਟਿੰਗ ਤੁਹਾਡੀ ਨਾਲ ਲੱਗੇਗੀ, ਤੁਹਾਡੀ SOP 'ਚ ਉਹਦੀ ਚੀਜ਼ ਦੀ ਰੈਫਰੈਂਸ ਹੋਏਗੀ। ਫਿਰ ਸਾਡਾ ਸਟੱਡੀ ਰੈਡੀ ਪ੍ਰੋਗਰਾਮ ਹੈ ਜਿਹੜਾ ਉਹਦਾ ਐਨਰੋਲਮੈਂਟ ਦਾ ਸਰਟੀਫਿਕੇਟ ਨਾਲ ਲੱਗੇਗਾ। ਇਸ ਹਿਸਾਬ ਨਾਲ ਆਪਾਂ ਤੁਹਾਡੀ ਫਾਈਲ ਪ੍ਰੈਜ਼ੈਂਟ ਕਰਾਂਗੇ ਕਿ ਯੈਸ ਆਈ ਐਮ ਅਵੇਅਰ ਆਫ ਦੈਟ ਕਿ ਮੇਰੇ ਇੱਕ ਬੈਂਡ 'ਚੋਂ ਇੱਕ ਮੋਡਿਊਲ 'ਚੋਂ ਅੱਧਾ ਬੈਂਡ ਘੱਟ ਹੈ, ਬਟ ਉਹ ਘਾਟ ਨੂੰ ਪੂਰਾ ਕਰਨ ਵਾਸਤੇ ਮੈਂ ਕੀ ਕਰ ਰਿਹਾ। So this is how you present it in a proactive way, in a positive way,
दिस इज व्हाट स्मार्ट फाइलिंग। ये फाइलिंग है पर उन्होंने स्मार्टली करना पैना। आप नहीं अगर ठीक है जी लाते जी फाइल, बट दिस इज व्हाट आई एम ट्राइंग टू से कि 5.5 बैंड एक ਜਿਹੜੀ ਬੱਚੇ ਕਰਨਾ ਚਾਹੁੰਦੇ ਉਹਨਾਂ ਵਾਸਤੇ ਖਾਸ ਕਰਕੇ ਇਹ ਵਾਲਾ ਜ਼ਰੂਰ ਆਪਾਂ ਕਹਿਣਾ ਚਾਹੁੰਦੇ ਕਿ ਇਹ ਧਿਆਨ ਰੱਖੋ ਤੁਸੀਂ ਕਿ ਪਲੀਜ਼ ਇੱਕ ਵਾਰ ਸਾਡੇ ਨਾਲ ਕੰਸਲਟ ਕਰੋ ਐਂਡ ਦੈਨ ਵੀ ਵਿਲ ਸੇ ਕਿ ਆਪਾਂ 5.5 ਨਾਲ ਤੁਹਾਡਾ ਵੀਜ਼ਾ ਕਿੱਦਾਂ ਅਸ਼ੋਰ ਕਰਾਂਗੇ। ਆਈ ਨੋ ਕਿ ਐਸਡੀਐਸ ਇਜ਼ ਮਚ ਬੈਟਰ, ਪਰ ਜੇ ਤੁਸੀਂ ਤੁਹਾਨੂੰ ਲੱਗੀ ਰਿਹਾ ਕਿ ਨਹੀਂ ਮੈਂ 5.5 ਬੈਂਡ ਨਾਲ ਹੀ ਕਰਨਾ ਤਾਂ ਨਾਓ ਵੀ ਆਰ ਗਿਵਿੰਗ ਯੂ ਦੈਟ ਕਿ ਵਾਈ ਆਰ ਬੀ ਇਨਵਾਈਟਿੰਗ ਯੂ ਕਿ ਜੇ ਤੁਸੀਂ 5.5 ਨਾਲ ਵੀ ਲਾਣੀ ਹੈ ਤੇ ਸਾਡੇ ਤਰੀਕੇ ਨਾਲ ਫਾਈਲ ਲਗਾਓਗੇ ਤੇ ਇਹਦੇ ਤੁਹਾਡੇ ਅਪਰੂਵਲ ਦੇ ਚਾਂਸਸ ਜ਼ਿਆਦਾ ਰਹਿਣਗੇ। ਹਾਂਜੀ, ਵੀਜ਼ਾ ਦੇ ਚਾਂਸਸ any kind of guarantee or anything, but I'm giving you assurance and I'm giving you that ਕਿ ਕਿਸ ਦੇ ਦਮ ਤੇ ਆਪਾਂ ਤੁਹਾਨੂੰ ਕਹਿ ਰਹੇ ਹਾਂ ਹੌਸਲਾ, ਸਾਡਾ ਕੀ ਹੌਸਲਾ ਕਿ ਆਪਾਂ ਤੁਹਾਨੂੰ ਹੌਸਲਾ ਦੇ ਰਹੇ ਹਾਂ। ਐਟ ਦ ਸੇਮ ਟਾਈਮ ਮੈਂ ਇਹ ਵੀ ਕਹਿਣਾ ਚਾਹੁੰਦਾ ਬੱਚਿਆਂ ਨੂੰ ਕਿ ਇਫ ਦਿਸ ਇਜ਼ ਯੂ ਹੋਲਡਿੰਗ ਯੂ ਬੈਕ ਕਿ ਮੈਂ 5.5 ਨਾਲ ਹੀ ਕਰ ਦੇਣਾ, ਇੱਕ ਤੁਸੀਂ ਆਪਣੇ ਆਪ ਨੂੰ ਇੱਕ ਚੈਲੰਜ ਕਰੋ ਕਿ ਹਾਂ ਵੀ ਮੈਂ 6 ਬੈਂਡ ਲੈਣੇ ਨੇ। ਇੱਥੇ ਤਾਂ ਫਿਰ ਤੁਹਾਡੇ ਕੋਲ ਆਪਸ਼ਨ ਹੈ ਕਿ ਨਹੀਂ ਵੀ ਨਹੀਂ ਆਏ 6 ਬੈਂਡ ਤੇ ਤੁਸੀਂ ਦੁਬਾਰਾ ਦੇ ਸਕਦੇ ਹੋ, ਪਰ ਜੇ ਉੱਥੇ ਜਾ ਕੇ ਤੁਸੀਂ ਪੜ੍ਹਾਈ ਨਾ ਕਰ ਪਾਏ ਫਿਰ ਕੀ ਫਾਇਦਾ? ਸਪਲੀਆਂ ਨਹੀਂ ਉੱਥੇ ਹੋ ਗਈ, ਉੱਥੇ ਬਹੁਤ ਮਹਿੰਗੀਆਂ ਪੈਣਗੀਆਂ। ਇਸੇ ਕਰਕੇ ਆਪਾਂ ਕਹਿੰਦੇ ਵੀ ਠੀਕ ਹੈ ਕਿ ਜਿਹੜਾ ਅੱਧਾ ਬੈਂਡ ਇਟਸ ਨਾਟ ਕਿ ਡੀਲ ਬ੍ਰੇਕਰ ਵਾਲਾ ਨਹੀਂ ਹੈ, ਪਰ ਤੁਸੀਂ ਆਪਣੇ ਆਪ ਤੇ ਕਰੋ ਕਿ ਨਹੀਂ ਮੈਂ ਤਾਂ 6 ਬੈਂਡ ਲੈਣੇ ਨੇ। ਜੇ ਤੁਹਾਨੂੰ ਇੰਨਾ ਹੈਗਾ ਕਿ ਨਹੀਂ ਮੈਂ ਉੱਥੇ ਜਾ ਕੇ ਕੁਝ ਕਰਨਾ, ਆਪਣੇ ਸਿਰ ਤੇ ਕੁਝ ਬਣਨਾ ਹੈ, ਤਾਂ ਇਹ ਇੰਡੀਆ 'ਚ ਤੁਸੀਂ ਅੱਜ ਬੈਠੇ ਜੇ ਤੇ ਬੈਂਡ ਦੀ ਤੁਸੀਂ ਤਿਆਰੀ ਕਰਕੇ ਅਚੀਵ ਕਰ ਲਓਗੇ, ਇਟ ਵਿਲ ਗਿਵ ਯੂ ਡਿਫਰੈਂਟ ਕਾਈਂਡ ਆਫ ਕੌਨਫੀਡੈਂਸ। ਸਾਡੀ ਤਾਂ ਕੰਪਨੀ ਦਾ ਮੋਟੋ ਹੀ ਹੈ, ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਦੇਖੋਗੇ ਤਾਂ ਆਰ ਮਿਸ਼ਨ ਇਜ਼ ਵੀ ਸਟਰਾਈਵ ਟੂ ਬੀ ਡਿਜ਼ਰਵਿੰਗ ਆਫ ਦ ਟਰਸਟ ਵੀ ਏਮ ਟੂ ਵਿਨ। ਆਪਾਂ ਤੁਹਾਡੇ ਭਰੋਸੇ ਦੇ ਲਾਇਕ ਬਣਨਾ ਚਾਹੁੰਦੇ ਆ। ਉਹ ਡਿਜ਼ਰਵਿੰਗ ਜਿਹੜਾ ਹੈਗਾ ਉਹ ਜਦੋਂ ਤੁਹਾਡੇ 6 ਬੈਂਡ ਆ ਜਾਣਗੇ, ਜਦੋਂ ਤੁਸੀਂ ਡਿਜ਼ਰਵਿੰਗ ਹੋ ਜਾਓਗੇ, ਤੁਹਾਡਾ ਹੌਸਲਾ ਆਪੇ ਹੀ ਡਿਫਰੈਂਟ ਹੋ ਜਾਏਗਾ। ਤੁਹਾਡੀ ਨਾਟ ਓਨਲੀ ਕਿ ਵੀਜ਼ਾ 'ਚ ਤੁਹਾਡੇ ਐਪਲੀਕੇਸ਼ਨ 'ਚ ਚਾਂਸਸ ਦੇ ਬੈਟਰ ਨੇ, ਜਦੋਂ ਤੁਸੀਂ ਉੱਥੇ ਕੈਨੇਡਾ ਵੀ ਜਾਓਗੇ ਇਟ ਵਿਲ ਗਿਵ ਯੂ ਡਿਫਰੈਂਟ ਕਾਈਂਡ ਆਫ ਕੌਨਫੀਡੈਂਸ ਕਿ ਯੈਸ ਮੈਂ ਇੱਕ ਕੁਝ ਅਕੰਪਲਿਸ਼ ਕਰਕੇ ਆਇਆ ਮੈਂ। So that's why I'm giving students an invitation. कोई भी ਤੁਹਾਡੇ consultant ने, yes, we are not here just only to win your business, but we want to inspire you. We want to inspire you that you are capable of doing everything that is in your, but ਜੀ ਮਨੋਜ ਸਰ ਆਇਲਟਸ ਤਾਂ ਅਸੀਂ ਇੰਪਰੂਵ ਕਰ ਲਵਾਂਗੇ। ਹਾਊ ਅਬਾਊਟ ਜਿਹੜੇ ਸਾਡੇ ਸਕੋਰ ਹੈਗੇ ਨੇ, ਐਜੂਕੇਸ਼ਨ ਸਕੋਰ ਹੈਗਾ ਉਹਦਾ ਕੀ ਹੋਏਗਾ? ਦੇਖੋ ਇਹ ਉਹੀ ਤਾਂ ਕਹਿ ਰਹੇ, ਤਾਂ ਪਹਿਲਾਂ ਪਲੈਨਿੰਗ ਕਰਨੀ ਪੈਣੀ। ਜੇ ਕੈਨੇਡਾ ਜਾਣਾ ਹੈ ਤੇ ਇੱਥੋਂ ਹੀ ਮਿਹਨਤ ਕਰਨੀ ਪੈਣੀ ਆ ਵੀ ਮਿਨੀਮਮ 60% ਤੇ 6 ਬੈਂਡਸ ਵਾਲੇ ਜਿਹੜੇ ਹੈਗੇ ਨੇ, ਦਿਸ ਇਜ਼ ਵੇਅਰ ਦੇ ਸੇ ਕਿ ਆ ਵੀ ਇਹ ਐਕੈਡੈਮਿਕ ਪ੍ਰੋਫਾਈਲ ਜਿਹੜੀ ਬੱਚੇ ਦੀ, ਦਿਸ ਇਜ਼ ਐਕਸੈਪਟੇਬਲ 60% plus 6 each. So this is what they ਜਿੱਦਾਂ ਕਹਿ ਲਈ ਨਾ ਵੀ ਆ ਵੀ ਇੱਕ ਉਹਨਾਂ ਨੇ ਜਿਹੜਾ ਰੱਖਿਆ ਆ ਵੀ 60% plus ਤੇ 6 ਬੈਂਡ ਵਾਲੇ ਇੱਕ ਪਾਸੇ, ਬਾਕੀ ਦੂਜੇ ਇੱਕ ਪਾਸੇ। So this is the reason that we plan accordingly. But as I said, that we are here to support you through our Skills to Succeed program, or the Study Ready program ਹੈ, Job Ready program ਹੈ, ਤੇ Life Ready program ਹੈ ਜਿਹੜਾ ਸਾਡਾ ਆਪਾਂ ਬੱਚਿਆਂ ਨੂੰ ਪ੍ਰੋਵਾਈਡ ਕਰ ਰਹੇ ਹਾਂ। This is ਮੈਂ ਜਿੱਦਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹ ਸਾਰੇ ਜਿਹੜੇ ਸਪੋਰਟ ਪ੍ਰੋਗਰਾਮ ਹੈ ਜਿਹੜਾ ਇਹ ਉੱਥੇ ਕੈਨੇਡੀਅਨ ਗਵਰਨਮੈਂਟ ਆਪਣੇ ਡੋਮੈਸਟਿਕ ਜਿਹੜੇ ਸਿਟੀਜ਼ਨ ਨੇ ਉਹਨਾਂ ਨੂੰ ਪ੍ਰੋਵਾਈਡ ਕਰਦੀ ਹੈ, ਪਰ ਸਾਡੇ ਪੰਜਾਬੀ ਬੱਚਿਆਂ ਨੂੰ ਕੋਈ ਸਪੋਰਟ ਨਹੀਂ ਪ੍ਰੋਵਾਈਡ ਕਰਨ ਵਾਲਾ ਹੈਗਾ। ਜਿਹੜੇ ਇਹ ਮੰਚ ਦੇ ਥਰੂ ਜਿਹੜੇ ਕੰਸਲਟੈਂਟ ਭਰਾ ਸਾਡੇ ਜਿਹੜੇ ਕੈਨੇਡਾ ਵੀ ਬੈਠੇ ਨੇ, ਉਹਨਾਂ ਨੂੰ ਵੀ ਤੁਸੀਂ ਆਪਣੇ ਜਿਹੜੇ ਆਪਾਂ ਸਕਿੱਲ ਟੂ ਸਕਸੀਡ ਪ੍ਰੋਗਰਾਮ ਦੀ ਗੱਲ ਕਰ ਰਹੇ ਹਾਂ, ਸਾਡੇ ਸਟੂਡੈਂਟ ਆਪਣੇ ਸਾਡੀ ਵੈਬਸਾਈਟ ਤੇ ਜਾ ਕੇ beyondvisa.com ਤੇ ਜਾ ਕੇ ਉਹਦੇ ਬਾਰੇ ਜਾਣਨ ਕਿ ਸਕਿੱਲ ਟੂ ਸਕਸੀਡ ਪ੍ਰੋਗਰਾਮ ਕੀ ਹੈ। ਫਿਰ ਆਪਣੇ ਜਿਹੜੇ ਉੱਥੇ ਕੈਨੇਡਾ ਉਹਨਾਂ ਦੇ ਦੋਸਤ ਜਾਂ ਰਿਸ਼ਤੇਦਾਰ ਨੇ ਉਹਨਾਂ ਨੂੰ ਪੁੱਛੋ ਕਿ ਇੱਕ ਕੰਸਲਟੈਂਟ ਪੰਜਾਬ ਦੇ ਵਿੱਚ ਸਾਨੂੰ ਇਹ ਸਰਵਿਸ ਪ੍ਰੋਵਾਈਡ ਕਰ ਰਿਹਾ, ਉਹਦਾ ਕੀ ਫਾਇਦਾ ਕੀ ਹੋਏਗਾ। ਪਰ ਅਨਫੋਰਚੂਨੇਟਲੀ ਜੋ ਪਿਛਲੇ ਮਹੀਨੇ 'ਚ ਹੋਇਆ ਇੰਡੀਆ ਦੇ ਵਿੱਚ, so this is why they've shut down to keep their staff safe. VFS office has been closed, and so that all the medical professionals could focus on the well-being of the corona patients. They have halted the medicals and all that as well. So is karke jo aaj di situation hai, we should think more holistically rather than just being a bit selfish in our thinking ki mera visa, obviously it's ਤੁਹਾਡੀ ਆਪਣੀ ਲਾਈਫ ਹੈ, ਤੁਹਾਡਾ ਹੱਕ ਬਣਦਾ ਕਿ ਤੁਸੀਂ ਆਪਣੇ ਬਾਰੇ ਕੁਝ ਪੁੱਛੋ, but what's happening around us ਇਹਦੇ ਕਰਕੇ ਹਰ ਇੱਕ ਬਿਜ਼ਨਸ ਇਫੈਕਟ ਹੋਇਆ। ਤੇ ਅੱਜ ਦੀ ਡੇਟ ਨੂੰ you are lucky that you're sitting with your family and you're with them, you're with your elders to provide them the support
that they need in these difficult times. एंड आज करके जो बिजनेसेस भी बड़े इफेक्ट हुए ने, इकोनॉमी बड़ी इफेक्ट हुई है, इस करके कोई भी फाइनेंशियल कमिटमेंट करन तो पहला प्लीज रीविजिट योर फाइनेंशियल प्लान्स। हो सकता है पिछले 6-8 महीने चो बहुत सारे चेंज हो गए हों। प्लीज डोंट अपने आप को बिल्कुल कर्जे से अपना डुबो के अगे जाने की सोच रहे हो, think twice because world is not the same. Canadian economy is also affected, so please slow down, let the things come to you, and then take a decision whether going to Canada at this time is right for you or should you wait. जी बियॉन्ड वीजा तो फिलहाल सारे नाल है जी मिस्टर मनोज सारे आज दे स्टडी वीजा एक्सपर्ट देश परदेश लाइव प्रोग्राम ਤੁਸੀਂ ਦੇਖ ਰਹੇ ਹੋ। ਸੋ ਜਾਣ ਤੋਂ ਪਹਿਲਾਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਸਾਡੇ ਸਟੂਡੈਂਟਸ ਨੂੰ? ਮੈਂ ਕਿਹਾ ਅੱਜ ਜਿਹੜੀ ਆਪਣੀ ਗੱਲ ਹੋਈ ਮੈਂ ਇਦਾਂ ਕਰਦਾ ਆਪਾਂ ਆਪਣੀ ਕੰਪਨੀ ਦਾ ਨਾਮ ਬਿਯੋਂਡ ਵੀਜ਼ਾ ਤੋਂ ਛੱਡ ਕੇ ਆਪਾਂ mytop30.com ਰੱਖ ਲੈਨੇ ਹੈ ਬਿਕਾਜ਼ ਜੇ ਉਹ mytop30 ਤੇ ਜਾ ਕੇ ਸਟੂਡੈਂਟ ਨੂੰ ਅੱਜ ਨੂੰ ਸਟੂਡੈਂਟ ਨੂੰ ਵੀਜ਼ਾ ਕੰਸਲਟੈਂਟ ਦੀ ਜ਼ਰੂਰਤ ਨਹੀਂ ਹੈ, ਬਿਕਾਜ਼ ਜੋ ਪਾਲਿਸੀਜ਼ ਨੇ ICRC ਆ ਕੇ ਖੁਦ ਵੈਬਿਨਾਰਸ ਕਰ ਰਹੇ ਨੇ ਇਹ ਉਹ। ਅੱਜ ਨੂੰ ਤੁਹਾਨੂੰ ਕੈਰੀਅਰ ਕੰਸਲਟੈਂਟ ਦੀ ਜ਼ਰੂਰਤ ਹੈ। ਜਦੋਂ ਤੁਸੀਂ ਆਪਣਾ ਵੀਜ਼ਾ ਤੋਂ ਬਾਅਦ ਵਾਲੇ ਜਿਹੜੇ ਚੈਲੰਜਸ ਨੇ ਆਪਾਂ ਉਹਦੀ ਵੀ ਗੱਲ ਕਰ ਲਈਏ ਤੇ ਜਿਹੜਾ ਸਕਿੱਲ ਟੂ ਸਕਸੀਡ ਪ੍ਰੋਗਰਾਮ ਹੈ ਸਾਡਾ ਜਿਹੜਾ ਉਹਦੇ ਬਾਰੇ ਹੋਰ ਇਨਫੋਰਮੇਸ਼ਨ ਲੈ ਲਈ ਪਲੀਜ਼ ਡੂ ਕੰਟੈਕਟ ਅਸ ਐਂਡ ਸਮਾਰਟ ਫਾਈਲਿੰਗ mytop30.com ਐਸੇ ਦੇ ਜਿਹੜੇ ਵਰਡਸ ਨੇ ਇਹ ਤੁਸੀਂ ਇੰਟਰਨੈਟ ਤੇ ਸਰਚ ਕਰੋ, ਸਾਡੀ ਕੰਪਨੀ ਬਾਰੇ ਹੋਰ ਜਾਣੋ ਤੇ ਜਿਹੜੇ ਸਰਵਿਸਿਜ਼ ਨੇ ਉਹਨਾਂ ਦੀ ਇੰਪੋਰਟੈਂਸ ਸਮਝੋ। ਇਟ ਇਜ਼ ਨਾਟ ਓਨਲੀ ਦੈਟ ਇਜ਼ देयर ਕਿ ਆ ਵੀ ਆਪਾਂ ਤੁਹਾਨੂੰ ਆਪਾਂ ਸਿਰਫ ਗੋਂਗਲੂਆਂ ਤੋਂ ਮਿੱਟੀ ਨਹੀਂ ਝਾੜ ਰਹੇ। ਵੀ ਆਰ ਨਾਟ ਗਿਵਿੰਗ ਯੂ ਜਸਟ ਲਿਪ ਸਰਵਿਸ, ਵੀ ਆਰ ਗਿਵਿੰਗ ਯੂ ਟੈਂਜੀਬਲ ਸਕਿੱਲਸ ਜਿਹੜੇ ਤੁਹਾਡੇ ਨਾਲ ਸਾਰੀ ਉਮਰ ਰਹਿਣਗੇ। ਬਿਕਾਜ਼ ਐਜ ਅ ਸਕਿੱਲ ਟੂ ਸਕਸੀਡ ਪ੍ਰੋਗਰਾਮ ਤੁਸੀਂ ਇੰਡੀਆ ਤੋਂ ਹੀ ਕਰਕੇ ਜਾ ਰਹੇ ਹੋ, ਉਹ ਤੁਸੀਂ ਜਦੋਂ ਉੱਥੇ ਲੈਂਡ ਕਰੋਗੇ ਕੈਨੇਡਾ ਤਾਂ ਯੂ ਵਿਲ ਹੈਵ ਅ ਡਿਫਰੈਂਟ ਕੌਨਫੀਡੈਂਸ। ਜਿੱਦਾਂ ਸਪੋਜ਼ ਤੁਸੀਂ ਕੈਨੇਡਾ ਜਾ ਰਹੇ ਹੋ ਨਾ, ਠੰਡਾ ਮੁਲਕ ਹੈ, ਤੁਸੀਂ ਕਹੋ ਮੈਂ ਤਾਂ ਜੈਕਟ ਪਾ ਕੇ ਆਇਆ, ਮੈਨੂੰ ਕੋਈ ਗੱਲ ਨਹੀਂ, ਮੈਨੂੰ ਕਿਸੇ ਗੱਲ ਦੀ ਲੋੜ ਸੋ ਪਹਿਲਾਂ ਹੀ ਤਿਆਰੀ ਦੇ ਨਾਲ ਜਾਣਾ ਬਹੁਤ ਜ਼ਰੂਰੀ ਹੈ। ਘਰੋਂ ਜਾਈਏ ਖਾ ਕੇ ਤੇ ਅੱਗੋਂ ਮੇਰੇ ਨਾਲ ਪਕਾ ਕੇ। ਜੀ ਗ੍ਰੇਟ। ਸੋ ਕਾਫੀ ਇਟਸ ਬੀਨ ਅ ਪਲੇਜ਼ਰ ਜਿਸ ਤਰ੍ਹਾਂ ਤੁਸੀਂ ਸਾਡਾ ਮੈਸੇਜ ਆਪਣੇ ਦਰਸ਼ਕਾਂ ਤੱਕ ਪਹੁੰਚਾਉਂਦੇ ਹੋ। So we are lucky to be invited to this platform. आज ਤੁਹਾਡੇ ਨਾਲ ਗੱਲ ਹੋਈ ਹੈ, ਹੋ ਸਕਦਾ ਅਗਲੇ ਹਫਤੇ ਰਣਬੀਰ ਸਰ ਆਪ ਆਣ। So we definitely look forward to be part of this initiative. Thank you. Thank you so much sir. Thank you so much। ਤੇ ਸਾਡੇ ਸਾਰੇ ਵਿਦਿਆਰਥੀਆਂ ਤੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਜੀ।